ਵਲਾਦੀਮੀਰ ਪੁਤਿਨ। ਇਹ ਨਾਮ ਸ਼ਾਇਦ ਅੱਜ ਦੁਨੀਆ ਦਾ ਬੱਚਾ ਜਾਣਦਾ ਹੈ। ਇਹ ਉਹ ਨਾਮ ਹੈ ਜਿਸ ਦੇ ਦਿਮਾਗ ਵਿੱਚ ਆਉਂਦੇ ਹੀ ਕਈਆਂ ਦੀ ਰੂਹ ਕੰਬ ਜਾਂਦੀ ਹੈ, ਜਿਸ ਨੂੰ ਸੁਣਦੇ ਹੀ ਅੱਖਾਂ ਸਾਹਮਣੇ ਯੂਕਰੇਨ ਵਿੱਚ ਮਚੇ ਚੀਕ ਚਿਹਾੜੇ ਤੇ ਖੂਨ ਖਰਾਬੇ ਦੀਆਂ ਤਸਵੀਰਾਂ ਘੁੰਮਣ ਲੱਗਦੀਆਂ ਨੇ। ਉਹ ਨਾਮ ਜਿਸ ਨੂੰ ਸੁਣ ਕੇ ਤੁਹਾਡੇ ਸਾਹਮਣੇ ਇੱਕ ਤਾਨਾਸ਼ਾਹ ਦਾ ਅਕਸ ਉਭਰਨ ਲੱਗਦਾ ਹੈ। ਕੁਝ ਦੇਸ਼ਾਂ ਨੂੰ ਛੱਡ ਕੇ ਅੱਜ ਪੂਰੀ ਦੁਨੀਆ ਵਿੱਚ ਪੁਤਿਨ ਨੂੰ ਇੱਕ ਵਿਲਨ ਵਾਂਗ ਦੇਖਿਆ ਜਾ ਰਿਹਾ ਹੈ। ਕਾਰਨ ਹੈ ਰੂਸ ਵੱਲੋਂ ਯੂਕਰੇਨ ਤੇ ਕੀਤਾ ਹਮਲਾ। ਵਲਾਦੀਮੀਰ ਪੁਤਿਨ ਰੂਸ ਦੇ ਰਾਸ਼ਟਰਪਤੀ ਨੇ। ਉਹ ਸਾਲ 2000 ਤੋਂ ਲਗਾਤਾਰ ਰੂਸ ਦੀ ਸੱਤਾ ਤੇ ਕਾਬਜ਼ ਨੇ, ਪਰ ਬਾਵਜੂਦ ਇਸ ਦੇ ਰੂਸ ਦੇ ਲੋਕ ਉਹਨਾਂ ਨੂੰ ਪਸੰਦ ਕਰਦੇ ਨੇ। ਸੋਵੀਅਤ ਤਾਨਾਸ਼ਾਹ ਸਟਾਲਿਨ ਤੋਂ ਬਾਅਦ ਪੁਤਿਨ ਦੂਜੇ ਅਜਿਹੇ ਰੂਸੀ ਆਗੂ ਨੇ ਜਿਨ੍ਹਾਂ ਨੇ ਦੇਸ਼ ਦੀ ਇੰਨੀ ਲੰਬੀ ਅਗਵਾਈ ਕੀਤੀ। ਉਹ ਚੌਥੀ ਵਾਰ ਰੂਸ ਦੇ ਰਾਸ਼ਟਰਪਤੀ ਬਣ ਚੁੱਕੇ ਨੇ। ਸਾਲ 2024 ਵਿੱਚ ਉਹਨਾਂ ਦਾ ਚੌਥਾ ਕਾਰਜਕਾਲ ਖਤਮ ਹੋ ਰਿਹਾ ਹੈ, ਪਰ 2020 ਦੇ ਸੰਵਿਧਾਨ ਵਿੱਚ ਕੀਤੀਆਂ ਤਬਦੀਲੀਆਂ ਤੋਂ ਬਾਅਦ ਉਹ 2036 ਤੱਕ ਦੇਸ਼ ਦੇ ਰਾਸ਼ਟਰਪਤੀ ਬਣੇ ਰਹਿ ਸਕਦੇ ਨੇ। ਯਾਨੀ ਕਿ ਪੁਤਿਨ ਨੇ ਉਹ ਹਰ ਕਾਨੂੰਨ ਬਦਲ ਦਿੱਤਾ ਜੋ ਉਹਨਾਂ ਤੇ ਰਾਸ਼ਟਰਪਤੀ ਦੀ ਕੁਰਸੀ ਦੇ ਵਿਚਕਾਰ ਆਉਂਦਾ ਹੈ। ਪੁਤਿਨ ਦੇ ਖਿਲਾਫ ਜੋ ਵੀ ਆਵਾਜ਼ ਉਠਾਉਂਦਾ ਹੈ ਉਸ ਨੂੰ ਰਾਤੋਂ ਰਾਤ ਗਾਇਬ ਕਰ ਦਿੱਤਾ ਜਾਂਦਾ ਹੈ। ਪੁਤਿਨ ਦਾ ਇੰਨਾ ਦਬਦਬਾ ਹੈ ਕਿ ਸਾਲ 2008 ਵਿੱਚ ਦਮਿਤਰੀ ਮੇਦਵੇਦੇਵ ਦੇ ਰਾਸ਼ਟਰਪਤੀ ਚੁਣੇ ਗਏ, ਪਰ ਇੱਕ ਦਿਨ ਬਾਅਦ ਹੀ ਉਹ ਅਹੁਦੇ ਤੋਂ ਹਟ ਗਏ ਤੇ ਪੁਤਿਨ ਨੂੰ ਦੁਬਾਰਾ ਰਾਸ਼ਟਰਪਤੀ ਬਣਾ ਦਿੱਤਾ। ਰੂਸ ਦੇ ਸਭ ਤੋਂ ਵੱਡੇ ਅਹੁਦੇ ਤੱਕ ਪਹੁੰਚਣ ਤੋਂ ਪਹਿਲਾਂ ਪੁਤਿਨ ਜਾਸੂਸ ਰਹਿ ਚੁੱਕੇ ਨੇ, ਜੋ ਦੂਜੇ ਦੇਸ਼ਾਂ ਵਿੱਚ ਜਾ ਕੇ ਜਾਸੂਸੀ ਕਰਦੇ ਸੀ। ਪੁਤਿਨ ਦੀ ਸਭ ਤੋਂ ਵੱਡੀ ਖਾਸੀਅਤ ਹੈ ਉਹਨਾਂ ਦੀਆਂ ਨੀਲੀਆਂ ਅੱਖਾਂ। ਪੁਤਿਨ ਦੀਆਂ ਨੀਲੀਆਂ ਅੱਖਾਂ ਤੇ ਉਹਨਾਂ ਦੀ ਪ੍ਰਭਾਵਸ਼ਾਲੀ ਸ਼ਖਸੀਅਤ ਦੇਖ ਕੇ ਪਹਿਲੀ ਮੁਲਾਕਾਤ ਵਿੱਚ ਹਰ ਕੋਈ ਉਹਨਾਂ ਤੇ ਮੋਹਿਤ ਹੋ ਜਾਂਦਾ ਹੈ। ਪੁਤਿਨ ਦੇ ਦਿਮਾਗ ਤੇ ਦਿਲ ਵਿੱਚ ਕੀ ਚੱਲ ਰਿਹਾ ਹੈ, ਇਸ ਦਾ ਅੰਦਾਜ਼ਾ ਪੁਤਿਨ ਦੀਆਂ ਅੱਖਾਂ ਨੂੰ ਦੇਖ ਕੇ ਨਹੀਂ ਲਗਾਇਆ ਜਾ ਸਕਦਾ। ਜਾਸੂਸੀ ਦੀ ਟ੍ਰੇਨਿੰਗ ਦੌਰਾਨ ਉਹਨਾਂ ਨੂੰ ਆਪਣੀਆਂ ਭਾਵਨਾਵਾਂ ਤੇ ਕਾਬੂ ਰੱਖਣਾ ਸਿਖਾਇਆ ਜਾਂਦਾ ਹੈ। ਇਹੀ ਕਾਰਨ ਹੈ ਕਿ ਕੋਈ ਜਾਣ ਨਹੀਂ ਸਕਦਾ ਕਿ ਅਸਲ ਵਿੱਚ ਉਹਨਾਂ ਦੇ ਦਿਲ ਵਿੱਚ ਕੀ ਚੱਲ ਰਿਹਾ ਹੈ। ਇਸੇ ਕਾਰਨ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਾਰਜ ਡਬਲਿਊ ਬੁਸ਼ ਵੀ ਉਹਨਾਂ ਦੇ ਮਰੀਦ ਹੋ ਗਏ ਸੀ। ਉਹਨਾਂ ਨੇ ਇੱਥੇ ਤੱਕ ਕਹਿ ਦਿੱਤਾ ਸੀ ਕਿ ਇਹ ਇਨਸਾਨ ਇੱਕਦਮ ਪਵਿੱਤਰ ਆਤਮਾ ਹੈ। ਇਹੀ ਉਹ ਇਨਸਾਨ ਹੈ ਜੋ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ਵਿੱਚ ਸੁਧਾਰ ਲਿਆ ਸਕਦਾ ਹੈ। ਹਾਲਾਂਕਿ ਹਿਲੇਰੀ ਕਲਿੰਟਨ ਉਹਨਾਂ ਨੂੰ ਜ਼ਰਾ ਵੀ ਪਸੰਦ ਨਹੀਂ ਕਰਦੀ। ਇਸ ਦਾ ਕਾਰਨ ਮੰਨਿਆ ਜਾ ਰਿਹਾ ਹੈ ਜਦੋਂ ਅਮਰੀਕਾ ਵਿੱਚ ਚੋਣਾਂ ਹੋਈਆਂ ਤਾਂ ਮੰਨਿਆ ਜਾਂਦਾ ਹੈ ਕਿ ਰੂਸ ਨੇ ਟਰੰਪ ਦੇ ਪੱਖ ਵਿੱਚ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ। ਖੈਰ, ਇਹ ਵੱਖਰਾ ਵਿਸ਼ਾ ਹੈ, ਪਰ ਅੱਜ ਗੱਲ ਕਰਾਂਗੇ ਕਿ ਆਖਿਰ ਲੈਨਿਨਗ੍ਰਾਡ ਦੀਆਂ ਗਲੀਆਂ ਵਿੱਚ ਘੁੰਮਣ ਵਾਲਾ ਇਹ ਗਰੀਬ ਬੱਚਾ ਰੂਸ ਦਾ ਕ੍ਰਿਸ਼ਮਾਈ ਨੇਤਾ ਕਿਵੇਂ ਬਣਿਆ। ਵਲਾਦੀਮੀਰ ਪੁਤਿਨ, ਜਾਸੂਸ ਤੋਂ ਰਾਸ਼ਟਰਪਤੀ ਤੱਕ। ਮੁਸ਼ਕਿਲ ਰਿਹਾ ਪੁਤਿਨ ਦਾ ਬਚਪਨ। 7 ਅਕਤੂਬਰ 1952 ਨੂੰ ਪੁਤਿਨ ਦਾ ਜਨਮ ਰੂਸ ਦੇ ਲੈਨਿਨਗ੍ਰਾਡ ਵਿਖੇ ਹੋਇਆ, ਜਿਸ ਨੂੰ ਹੁਣ ਸੈਂਟ ਪੀਟਰਸਬਰਗ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ। ਪੁਤਿਨ ਦਾ ਬਚਪਨ ਬੇहद ਮੁਸ਼ਕਿਲ ਦੌਰ ਤੋਂ ਗੁਜ਼ਰਿਆ। ਉਸਦੇ ਪਿਤਾ ਨੇਵੀ ਦੇ ਵਿੱਚ ਸੀ ਤੇ ਮਾਤਾ ਫੈਕਟਰੀ ਦੇ ਵਿੱਚ ਮਜ਼ਦੂਰ ਸੀ। ਪਰਿਵਾਰ ਇੱਕ ਕਮਰੇ ਵਾਲੇ ਛੋਟੇ ਜਿਹੇ ਘਰ ਵਿੱਚ ਰਹਿੰਦਾ ਸੀ। ਬਚਪਨ ਵਿੱਚ ਪੁਤਿਨ ਚੂਹੇ ਫੜਨ ਦਾ ਕੰਮ ਕਰਕੇ ਆਪਣਾ ਗੁਜ਼ਾਰਾ ਕਰਨ ਲੱਗ ਪਿਆ ਸੀ। ਪੁਤਿਨ ਦੀ ਪਰਵਰਿਸ਼ ਲੈਨਿਨਗ੍ਰਾਡ ਵਿੱਚ ਅਜਿਹੇ ਮਾਹੌਲ ਵਿੱਚ ਹੋਈ ਜਿੱਥੇ ਸਥਾਨਕ ਮੁੰਡਿਆਂ ਵਿੱਚ ਕੁੱਟਮਾਰ ਆਮ ਗੱਲ ਸੀ। ਪੁਤਿਨ ਨੇ ਇੱਕ ਵਾਰ ਕਿਹਾ ਸੀ ਕਿ ਲੈਨਿਨਗ੍ਰਾਡ ਵਿੱਚ ਹੀ ਉਹਨਾਂ ਨੇ ਸਿੱਖਿਆ ਕਿ ਜੇ ਲੜਾਈ ਹੋਣੀ ਤੈਅ ਤਾਂ ਪਹਿਲਾ ਮੁੱਕਾ ਤੁਸੀਂ ਮਾਰੋ। ਇਹੀ ਗੱਲ ਉਹਨਾਂ ਦੀ ਨੀਤੀਆਂ ਵਿੱਚ ਵੀ ਦਿਖਾਈ ਦਿੰਦੀ ਹੈ। ਉਮਰ ਵਿੱਚ ਆਪਣੇ ਤੋਂ ਵੱਡੇ ਤੇ ਤਾਕਤਵਰ ਮੁੰਡਿਆਂ ਦੇ ਨਾਲ ਟੱਕਰ ਲੈਣ ਲਈ ਹੀ ਪੁਤਿਨ ਜੁਡੋ ਵੱਲ ਗਏ। ਦੱਸਦੇ ਕਿ ਪੁਤਿਨ ਜੁਡੋ ਕਰਾਟੇ ਵਿੱਚ ਬਲੈਕ ਬੈਲਟ ਹਨ। ਮਾਰਸ਼ਲ ਆਰਟਸ ਦੀ ਇਸ ਖੇਡ ਦੀਆਂ ਦੋ ਖੂਬੀਆਂ ਉਹਨਾਂ ਦੇ ਵਿੱਚ ਨੇ, ਉਹ ਹਨ ਧੋਖਾ ਅਤੇ ਗੁੱਸਾ। ਪੁਤਿਨ ਦੀਆਂ ਇਹਨਾਂ ਦੋ ਖੂਬੀਆਂ ਨੂੰ ਇਸ ਸਮੇਂ ਪੂਰੀ ਦੁਨੀਆ ਦੇਖ ਰਹੀ ਹੈ। ਫਿਰ ਚਾਹੇ ਉਹ ਯੂਕਰੇਨ ਵਿੱਚ ਫੌਜੀ ਦਖਲਅੰਦਾਜ਼ੀ ਦਾ ਫੈਸਲਾ ਹੋਵੇ ਜਾਂ ਮਾਰਚ ਸਾਲ 2014 ਵਿੱਚ ਕ੍ਰੀਮੀਆ ਨੂੰ ਰੂਸ ਵਿੱਚ ਸ਼ਾਮਿਲ ਕਰਨ ਦਾ ਫੈਸਲਾ ਸੀ, ਜਾਂ ਸੀਰੀਆ ਵਿੱਚ ਸਰਕਾਰ ਦੇ ਵਿਰੋਧੀਆਂ ਖਿਲਾਫ ਕਾਰਵਾਈ ਦਾ ਫੈਸਲਾ, ਪੁਤਿਨ ਆਪਣੀ ਜ਼ਿੱਦ ਪੁਗਾਉਣ ਦੇ ਲਈ ਧੋਖਾ ਕਰਨ ਤੋਂ ਵੀ ਪਿੱਛੇ ਨਹੀਂ ਹਟਦੇ। ਖੇਡਣ ਦੀ ਉਮਰ ਦੇ ਵਿੱਚ ਦੇਖ ਲਿਆ KGB ਜਾਸੂਸ ਬਣਨ ਦਾ ਸੁਪਨਾ। ਜਿਸ ਉਮਰ ਵਿੱਚ ਬੱਚੇ ਖਿਡੌਣਿਆਂ ਨਾਲ ਖੇਡਣ ਦੀ ਚਾਹਤ ਰੱਖਦੇ ਨੇ, ਉਸ ਉਮਰ ਦੇ ਵਿੱਚ ਪੁਤਿਨ ਨੇ KGB ਦਾ ਜਾਸੂਸ ਬਣਨ ਦਾ ਸੁਪਨਾ ਦੇਖ ਲਿਆ। ਪੁਤਿਨ ਬਚਪਨ 'ਚ ਹੀ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ। ਉਹ ਸ਼ੁਰੂ ਤੋਂ ਹੀ ਰੂਸ ਦੀ ਸੁਰੱਖਿਆ ਏਜੰਸੀ KGB ਨਾਲ ਜੁੜਨਾ ਚਾਹੁੰਦੇ ਸੀ। ਇਸ ਲਈ ਉਹ 16 ਸਾਲ ਦੀ ਉਮਰ ਵਿੱਚ ਇੱਕ ਵਾਰ KGB ਦੇ ਦਫ਼ਤਰ ਪਹੁੰਚ ਗਏ ਤੇ ਕਹਿਣ ਲੱਗੇ ਕਿ ਉਹ ਜਾਸੂਸ ਬਣਨਾ ਚਾਹੁੰਦੇ ਨੇ। ਹਾਲਾਂਕਿ KGB ਦੇ ਅਧਿਕਾਰੀਆਂ ਨੇ ਉਹਨਾਂ ਨੂੰ ਸਮਝਾਇਆ ਕਿ ਇਸ ਲਈ ਕਾਨੂੰਨ ਦੀ ਪੜ੍ਹਾਈ ਕਰਨੀ ਪੈਂਦੀ ਹੈ, ਜਿਸ ਲਈ ਬਾਅਦ ਵਿੱਚ ਪੁਤਿਨ ਨੇ ਦਿਨ ਰਾਤ ਮਿਹਨਤ ਕੀਤੀ ਤੇ ਕਾਨੂੰਨ ਦੀ ਪੜ੍ਹਾਈ ਕਰਨ ਤੋਂ ਬਾਅਦ ਪਹਿਲੀ ਹੀ ਕੋਸ਼ਿਸ਼ ਵਿੱਚ KGB ਵਿੱਚ ਸਿਲੈਕਟ ਹੋ ਗਏ। KGB ਦੀ ਟ੍ਰੇਨਿੰਗ ਨੇ ਪੁਤਿਨ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ। ਇੱਥੇ ਉਹਨਾਂ ਨੂੰ ਜਹਾਜ਼ ਉਡਾਉਣ ਤੱਕ ਦੀ ਟ੍ਰੇਨਿੰਗ ਦਿੱਤੀ ਗਈ। ਇਹੀ ਕਾਰਨ ਹੈ ਕਿ ਪੁਤਿਨ ਇੱਕ ਹਰਫਨਮੌਲਾ ਵਿਅਕਤੀ ਨੇ।
ਆਪਣੀ ਪਹਿਲੀ ਅਸਾਈਨਮੈਂਟ ਦੌਰਾਨ ਉਹਨਾਂ ਨੂੰ ਪੂਰਬੀ ਜਰਮਨੀ ਵਿੱਚ ਜਾਸੂਸੀ ਕਰਨ ਦਾ ਮੌਕਾ ਮਿਲਿਆ। ਉੱਥੇ ਬਰਲਿਨ ਵਿੱਚ ਉਹਨਾਂ ਨੇ ਟਰਾਂਸਲੇਟਰ ਬਣ ਕੇ 5 ਸਾਲ ਜਾਸੂਸੀ ਕੀਤੀ। ਮੌਤ ਅੱਖਾਂ ਵਿੱਚ ਅੱਖਾਂ ਪਾ ਕੇ ਨਿਕਲ ਗਈ ਸੀ ਪੁਤਿਨ ਦੇ। ਪੁਤਿਨ ਦਾ ਜਾਸੂਸੀ ਨਾਲ ਜੁੜਿਆ ਇੱਕ ਬੇहद ਸ਼ਾਨਦਾਰ ਕਿੱਸਾ ਵੀ ਹੈ। ਜਿਸ ਸਮੇਂ ਬਰਲਿਨ ਦੀ ਕੰਧ ਢਾਈ ਗਈ ਸੀ, ਉਸ ਸਮੇਂ ਪੁਤਿਨ ਬਰਲਿਨ ਵਿੱਚ ਹੀ ਸੀ। ਇਸ ਦੌਰਾਨ ਵੱਡੀ ਗਿਣਤੀ ਵਿੱਚ ਲੋਕ ਬਰਲਿਨ ਸਥਿਤ KGB ਦੇ ਆਫਿਸ ਨੂੰ ਘੇਰ ਲੈਂਦੇ ਨੇ। ਇਸ ਦੌਰਾਨ ਪੁਤਿਨ KGB ਆਫਿਸ ਦੇ ਅੰਦਰ ਹੀ ਹੁੰਦੇ ਨੇ। ਉਹ ਸਾਰੇ ਸੀਕ੍ਰੀਟ ਡਾਕੂਮੈਂਟਸ ਲੈ ਕੇ ਹਜ਼ਾਰਾਂ ਲੋਕਾਂ ਦੀ ਭੀੜ ਦੇ ਸਾਹਮਣੇ ਆ ਜਾਂਦੇ ਨੇ, ਪਰ ਇੰਨੇ ਲੋਕਾਂ ਦੇ ਸਾਹਮਣੇ ਵੀ ਆਪੇ ਤੋਂ ਬਾਹਰ ਨਹੀਂ ਹੁੰਦੇ। ਪੁਤਿਨ ਲੋਕਾਂ ਨੂੰ ਚੇਤਾਵਨੀ ਦਿੰਦੇ ਨੇ ਕਿ ਜੇ ਕੋਈ ਅੰਦਰ ਗਿਆ ਤਾਂ ਸਾਡੇ ਬੰਦੂਕਧਾਰੀ ਗਾਰਡ ਉਹਨਾਂ ਨੂੰ ਨਹੀਂ ਛੱਡਣਗੇ। ਪੁਤਿਨ ਦਾ ਇਹ ਤਰੀਕਾ ਕੰਮ ਕਰ ਗਿਆ ਤੇ ਪੁਤਿਨ ਹਜ਼ਾਰਾਂ ਲੋਕਾਂ ਦੀਆਂ ਅੱਖਾਂ ਵਿੱਚ ਕੱਟਾ ਪਾ ਕੇ ਬੜੀ ਆਸਾਨੀ ਨਾਲ ਉੱਥੋਂ ਨਿਕਲ ਗਏ, ਜਦਕਿ ਉੱਥੇ ਅੰਦਰ ਹੋਰ ਕੋਈ ਵੀ ਨਹੀਂ ਸੀ। ਇਹ ਪੁਤਿਨ ਦੀਆਂ ਅੱਖਾਂ ਦਾ ਹੀ ਕਮਾਲ ਸੀ ਕਿ ਹਰ ਕੋਈ ਉਹਨਾਂ ਤੇ ਭਰੋਸਾ ਕਰ ਲੈਂਦਾ ਸੀ। ਸਾਲ 1997 ਵਿੱਚ ਪੁਤਿਨ KGB ਤੋਂ ਰਿਟਾਇਰ ਹੋਣ ਤੋਂ ਬਾਅਦ ਰੂਸ ਦੇ ਪਹਿਲੇ ਰਾਸ਼ਟਰਪਤੀ ਬੋਰਿਸ ਐਲਸਿਨ ਦੀ ਸਰਕਾਰ ਵਿੱਚ ਸ਼ਾਮਿਲ ਹੋਏ। ਉਹਨਾਂ ਨੂੰ ਸਮੂਹ ਸੁਰੱਖਿਆ ਸੇਵਾ ਦਾ ਪ੍ਰਮੁੱਖ ਬਣਾਇਆ ਗਿਆ। ਸਾਲ 1999 ਵਿੱਚ ਡੈਸਲਿਨ ਨੇ ਰਾਸ਼ਟਰਪਤੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਤੇ ਪੁਤਿਨ ਨੂੰ ਕਾਰਜਕਾਰੀ ਰਾਸ਼ਟਰਪਤੀ ਬਣਾਇਆ। ਸਾਲ 2000 ਵਿੱਚ ਵਲਾਦੀਮੀਰ ਪੁਤਿਨ ਨੇ ਰਾਸ਼ਟਰਪਤੀ ਚੋਣ ਆਸਾਨੀ ਨਾਲ ਜਿੱਤ ਲਈ। ਸਾਲ 2004 ਵਿੱਚ ਇੱਕ ਵਾਰ ਫਿਰ ਉਹ ਦੁਬਾਰਾ ਰਾਸ਼ਟਰਪਤੀ ਬਣੇ। ਤੀਜੀ ਵਾਰ ਰੂਸੀ ਸੰਵਿਧਾਨ ਮੁਤਾਬਿਕ ਉਹ ਰਾਸ਼ਟਰਪਤੀ ਚੋਣ ਨਹੀਂ ਲੜ ਸਕੇ, ਬਾਵਜੂਦ ਇਸ ਦੇ ਉਹ ਪ੍ਰਧਾਨ ਮੰਤਰੀ ਬਣੇ। ਸਾਲ 2012 ਵਿੱਚ ਪੁਤਿਨ ਨੇ ਤੀਜੀ ਵਾਰ ਰਾਸ਼ਟਰਪਤੀ ਚੋਣ ਵਿੱਚ ਜਿੱਤ ਹਾਸਲ ਕੀਤੀ। ਸਾਲ 2016 ਚ ਪੁਤਿਨ ਚੌਥੀ ਵਾਰ ਦੇਸ਼ ਦੇ ਰਾਸ਼ਟਰਪਤੀ ਬਣੇ। 2020 ਤੱਕ ਉਹਨਾਂ ਦਾ ਕਾਰਜਕਾਲ ਸੀ, ਪਰ ਪੁਤਿਨ ਨੇ ਸੰਵਿਧਾਨ ਵਿੱਚ ਅਜਿਹੀ ਤਬਦੀਲੀ ਕੀਤੀ ਕਿ ਉਹ ਸਾਲ 2036 ਤੱਕ ਦੇਸ਼ ਦੇ ਰਾਸ਼ਟਰਪਤੀ ਬਣੇ ਰਹਿ ਸਕਦੇ ਨੇ। ਹਰਫਨਮੋਲਾ ਹੈ ਪੁਤਿਨ, KGB ਦਾ ਜਾਸੂਸ, ਮਾਰਸ਼ਲ ਆਰਟਸ ਵਿੱਚ ਬਲੈਕ ਬੈਲਟ, ਜੰਗੀ ਜਹਾਜ਼ ਉਡਾਉਣ ਵਾਲਾ ਪਾਇਲਟ, ਫੌਜ ਦਾ ਟੈਂਕ ਵੀ ਚਲਾ ਲੈਂਦੇ ਨੇ ਪੁਤਿਨ। ਇੱਕ ਨਿਸ਼ਾਨੇਬਾਜ਼ ਜਿਸ ਦਾ ਨਿਸ਼ਾਨਾ ਕਦੇ ਨਹੀਂ ਖੁੰਝਦਾ। ਸਪੋਰਟਸ ਕਾਰ ਚਲਾਉਂਦੇ ਨੇ ਤਾਂ ਹਵਾ ਨਾਲ ਗੱਲਾਂ ਕਰਦੇ ਨੇ, ਬਾਈਕ ਤੇ ਸਵਾਰ ਹੁੰਦੇ ਨੇ ਤਾਂ ਨੌਜਵਾਨਾਂ ਨੂੰ ਵੀ ਰੇਸ ਵਿੱਚ ਮਾਤ ਦਿੰਦੇ ਨੇ। ਕਦੇ ਬਰਫ਼ ਤੇ ਆਈਸ ਹਾਕੀ ਖੇਡਦੇ ਤੇ ਕਦੇ ਡੂੰਘੇ ਪਾਣੀਆਂ 'ਚ ਸ਼ਿਕਾਰ ਕਰਦੇ ਨਜ਼ਰ ਆਉਂਦੇ ਨੇ। ਸ਼ੇਰ ਚੀਤਿਆਂ ਨਾਲ ਇੰਜ ਖੇਡਦੇ ਨੇ ਜਿਵੇਂ ਕੋਈ ਜੰਗਲ ਦਾ ਹੀ ਆਦਮੀ ਹੋਵੇ। ਘੋੜੇ ਤੇ ਸਵਾਰ ਹੁੰਦੇ ਨੇ, ਸ਼ਹਿਰ ਸਵਾਰਾਂ ਨੂੰ ਵੀ ਪਿੱਛੇ ਕਰ ਦਿੰਦੇ ਨੇ। ਸਕੂਬਾ ਡਾਈਵਿੰਗ ਵਿੱਚ ਵੀ ਉਹਨਾਂ ਦਾ ਕੋਈ ਮੇਲ ਨਹੀਂ ਤੇ ਤਾਕਤ ਇੰਨੀ ਕਿ ਇੱਕ ਵਾਰ ਫਰਾਈਂਗ ਪੈਨ ਨੂੰ ਹੱਥਾਂ ਨਾਲ ਹੀ ਮੋੜ ਦਿੱਤਾ ਸੀ। ਇੰਨੇ ਗੁਣ ਸ਼ਾਇਦ ਹੀ ਦੁਨੀਆ ਦੇ ਕਿਸੇ ਵਿਅਕਤੀ ਕੋਲ ਹੋਣ ਜਿੰਨੇ ਗੁਣ ਪੁਤਿਨ 'ਚ ਨੇ। ਪੁਤਿਨ ਸ਼ਾਇਦ ਦੁਨੀਆ ਦੇ ਸਭ ਤੋਂ ਹਰਫਨਮੌਲਾ ਵਿਅਕਤੀ ਨੇ। ਦੁਨੀਆ ਦੇ ਕਈ ਦੇਸ਼ ਚਾਹੇ ਪੁਤਿਨ ਦੇ ਨਾਮ ਤੋਂ ਹੀ ਕੰਬਦੇ ਨੇ। ਦੂਜੇ ਦੇਸ਼ਾਂ ਦੇ ਲਈ ਉਹ ਇੱਕ ਬੇਰਹਿਮ ਇਨਸਾਨ ਹੈ, ਪਰ ਰੂਸ ਦੇ ਲੋਕਾਂ ਲਈ ਉਹ ਇੱਕ ਮਾਚੋਮੈਨ ਲੁੱਕ ਵਾਲਾ ਦਿਆਲੂ ਇਨਸਾਨ ਹੈ। ਪੁਤਿਨ ਕਈ ਵਾਰ ਮਾਚੋਮੈਨ ਦੀ ਤਰ੍ਹਾਂ ਜ਼ਿੰਦਗੀ ਦਾ ਆਨੰਦ ਲੈਂਦੇ ਵੇਖੇ ਗਏ ਨੇ। ਪਰਿਵਾਰ ਨੂੰ ਸੀਕ੍ਰੀਟ ਰੱਖਦੇ ਨੇ ਪੁਤਿਨ ਆਪਣੇ ਪਰਿਵਾਰ ਨੂੰ ਹਮੇਸ਼ਾ ਛਿਪਾ ਕੇ ਰੱਖਦੇ ਨੇ। ਰੂਸੀ ਮੀਡੀਆ ਵਿੱਚ ਉਹਨਾਂ ਦੇ ਪਰਿਵਾਰ ਬਾਰੇ ਜ਼ਿਆਦਾ ਜਾਣਕਾਰੀ ਉਪਲਬਧ ਨਹੀਂ ਹੈ। ਕੁਝ ਰਿਪੋਰਟਾਂ ਮੁਤਾਬਕ ਪੁਤਿਨ ਦੀਆਂ 2 ਬੇਟੀਆਂ ਨੇ। ਉਹਨਾਂ ਦੀ ਛੋਟੀ ਧੀ ਕਾਤਰੀਨਾ ਨੂੰ ਪੜ੍ਹਾਈ ਦੌਰਾਨ ਮਾਸਕੋ ਸਟੇਟ ਯੂਨੀਵਰਸਿਟੀ ਵਿੱਚ ਸਿਖਰ ਪ੍ਰਬੰਧਕੀ ਅਹੁਦੇ ਉੱਤੇ ਨੌਕਰੀ ਦਿੱਤੀ ਗਈ। ਉਹ ਡਾਂਸ ਮੁਕਾਬਲਿਆਂ ਵਿੱਚ ਵੀ ਹਿੱਸਾ ਲੈਂਦੀ ਹੈ। ਪੁਤਿਨ ਦੀ ਵੱਡੀ ਬੇਟੀ ਮਾਰੀਆ ਵੀ ਸਿੱਖਿਆ ਦੇ ਖੇਤਰ ਵਿੱਚ ਕੰਮ ਕਰ ਰਹੀ ਹੈ। ਉਹ ਬਾਇਓਲੋਜੀ ਵਿੱਚ ਮੁਹਾਰਤ ਹਾਸਲ ਕਰ ਰਹੀ ਹੈ। ਇਸ ਤੋਂ ਇਲਾਵਾ ਪੁਤਿਨ ਖੂਬਸੂਰਤ ਲੜਕੀਆਂ ਨਾਲ ਆਪਣੇ ਰਿਸ਼ਤਿਆਂ ਨੂੰ ਲੈ ਕੇ ਵੀ ਚਰਚਾ ਦੇ ਵਿੱਚ ਰਹਿੰਦੇ ਨੇ। ਬ੍ਰਿਟਿਸ਼ ਮੀਡੀਆ ਮੁਤਾਬਕ ਪੁਤਿਨ 38 ਸਾਲ ਜਿਮਨਾਸਟ ਐਲੇਨਾ ਕਾਬਾਇਗਾ ਦੇ ਨਾਲ ਰਿਸ਼ਤਿਆਂ ਵਿੱਚ ਨੇ, ਜੋ 올림픽 ਵਿੱਚ 골ਡ ਮੈਡਲ ਜਿੱਤ ਚੁੱਕੀ ਹੈ। ਐਲੇਨਾ ਨੇ ਆਪਣੇ ਕੈਰੀਅਰ ਵਿੱਚ 2 올림픽 ਮੈਡਲ ਜਿੱਤੇ, 14 ਵਾਰ ਵਰਲਡ ਚੈਂਪੀਅਨਸ਼ਿਪ ਤੇ 21 ਯੂਰਪੀਅਨ ਚੈਂਪੀਅਨਸ਼ਿਪ ਮੈਡਲ ਜਿੱਤੇ। ਖੇਡਾਂ ਤੋਂ ਰਿਟਾਇਰਮੈਂਟ ਤੋਂ ਬਾਅਦ ਉਹ ਸਿਆਸਤ ਵਿੱਚ ਆਈ। ਯੂਨਾਈਟਿਡ ਰੂਸ ਪਾਰਟੀ ਵੱਲੋਂ ਜਿੱਤ ਕੇ ਸੰਸਦ ਵੀ ਪਹੁੰਚੀ। ਹਾਲਾਂਕਿ ਬੀਤੇ 2 ਸਾਲਾਂ ਤੋਂ ਉਸ ਨੂੰ ਕਿਸੇ ਵੀ ਜਨਤਕ ਸਮਾਗਮਾਂ ਵਿੱਚ ਨਹੀਂ ਦੇਖਿਆ ਗਿਆ। ਇਹ ਵੀ ਕਿਹਾ ਜਾਂਦਾ ਹੈ ਕਿ ਉਹ ਉਸਦੇ ਜੁੜਵਾ ਬੱਚਿਆਂ ਦੇ ਪਿਤਾ ਵੀ ਨੇ। ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ। ਰਿਪੋਰਟਾਂ ਮੁਤਾਬਕ ਪੁਤਿਨ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਨੇ। ਉਹ ਇੰਨੇ ਅਮੀਰ ਨੇ ਕਿ ਉਹਨਾਂ ਦੀ ਸੰਪਤੀ ਬਿਲ ਗੇਟਸ ਤੋਂ ਵੀ ਜ਼ਿਆਦਾ ਹੈ, ਪਰ ਇਹ ਸਭ ਪਰਦੇ ਦੇ ਪਿੱਛੇ ਹੈ।
ਪੁਤਿਨ ਵੱਲੋਂ ਆਪਣੀ ਦੌਲਤ ਦਾ ਜੋ ਖੁਲਾਸਾ ਕੀਤਾ ਜਾਂਦਾ ਹੈ ਉਸ ਮੁਤਾਬਿਕ ਉਹ ਇੱਕ ਆਮ ਇਨਸਾਨ ਨੇ, ਪਰ ਪਰਦੇ ਦੇ ਪਿੱਛੇ ਤਸਵੀਰ ਕੁਝ ਹੋਰ ਹੈ। ਮੰਨਿਆ ਜਾ ਰਿਹਾ ਹੈ ਕਿ ਉਹਨਾਂ ਕੋਲ $200 ਬਿਲੀਅਨ ਸੰਪਤੀ ਹੈ। ਉਹਨਾਂ ਕੋਲ 20 ਬੰਗਲੇ ਤੇ ਮਹਿਲ ਹੈ। ਉਹਨਾਂ ਦੀ ਇੱਕ ਬੰਗਲੇ ਦੀ ਕੀਮਤ $750 ਮਿਲੀਅਨ ਹੈ। ਪੁਤਿਨ ਕੋਲ 58 에ਅਰਕ੍ਰਾਫਟ ਅਤੇ 15 ਹੈਲੀਕਾਪਟਰ ਨੇ। ਇਸ ਤੋਂ ਇਲਾਵਾ ਉਹਨਾਂ ਕੋਲ 700 ਲਗਜ਼ਰੀ ਕਾਰਾਂ ਦਾ ਕਾਫਲਾ ਹੈ। ਰੂਸ ਵਿੱਚ ਸੁਪਰ ਪੁਤਿਨ ਦੇ ਨਾਮ ਨਾਲ ਇੱਕ ਕਾਮਿਕ ਸੀਰੀਜ਼ ਵੀ ਚਲਾਈ ਜਾਂਦੀ ਹੈ ਜੋ ਕਾਫੀ ਪ੍ਰਸਿੱਧ ਹੈ। ਸੋ ਇਹ ਸੀ ਸੁਪਰ ਪੁਤਿਨ ਬਾਰੇ ਸਾਡੀ ਪੂਰੀ ਰਿਪੋਰਟ। ਤੁਹਾਨੂੰ ਸਾਡੀ ਰਿਪੋਰਟ ਕਿਹੋ ਜਿਹੀ ਲੱਗੀ ਸਾਨੂੰ ਦੱਸਣਾ ਨਾ ਭੁੱਲਣਾ। ਬਿਊਰੋ ਰਿਪੋਰਟ ਟੀਵੀ ਪੰਜਾਬ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।